ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ ਦੀ ਗੱਲ ਕਰੀਏ ਤਾਂ ਇਸ ਸੀਟ ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਜਿੱਤ ਕੇ ਜਾਂਦੇ ਨੇ ਔਰ ਵਿਧਾਨ ਸਭਾ ਦੇ ਸਪੀਕਰ ਬਣਦੇ ਨੇ। ਕਿਸੇ ਸਮੇਂ ਇਹ ਸੀਟ BJP ਦੇ ਖਾਤੇ ਵਿੱਚ ਰਹੀ ਜਦੋਂ ਅਕਾਲੀ ਦਲ ਔਰ BJP ਦਾ ਗੱਠਜੋੜ ਸੀ, ਪਰ ਅੱਜਕੱਲ ਅਕਾਲੀ ਦਲ ਔਰ ਬਸਪਾ ਦੇ ਗੱਠਜੋੜ ਤੋਂ ਬਾਅਦ ਇਹ ਸੀਟ ਬਸਪਾ ਦੇ ਖਾਤੇ ਚਲੀ ਗਈ ਹੈ। ਸੋ 2022 ਦੇ ਇਲੈਕਸ਼ਨ ਦੇ ਵਿੱਚ ਬਸਪਾ ਔਰ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਜਾਂ ਅਸੀਂ ਕਹ ਲਈਏ ਪੁਰਾਣੀ ਪਾਰਟੀ BJP ਦੇ ਵਿੱਚੋਂ ਕਿਹੜੀ ਪਾਰਟੀ ਜਿੱਤ ਪ੍ਰਾਪਤ ਕਰਦੀ ਹੈ। ਜਾਣਾਂਗੇ ਅਨੰਦਪੁਰ ਸਾਹਿਬ ਹਲਕੇ ਦਾ ਹਾਲ ਅਨੰਦਪੁਰ ਦੇ ਲੋਕਾਂ ਦੇ ਨਾਲ ਚੁਣਾਵੀ ਸਵਾਦ ਵਿੱਚ। किसानी अंदोलन जिथे दिल्ली दे विच भी जारी है तो उत्थे ही किसानी अंदोलन पंजाब दे वख-वख एरिया दे विच चल रहा है। चाहे असी गल कर लीए बैरीगेड के उपर, चाहे असी गल कर लीए पिंडां शहरां दे विच। तां आनंदपुर जेकर हल्के की गल कर लीए तो आनंदपुर दे भी जदों असी चंडीगढ़ तो आनंदपुर वाल नूं जाने तो जिहड़ा पहला बैरीगेट आउंदा हैगा उस जगह के उपर भी लगातार टोल प्लाजे के उपर जिहड़ा किसानां दा अंदोलन है वो जारी है। बापू जी साल के करीब होने लगा, दिल्ली च भी चल रहा, इत्थे भी चल रहा, असीं देख रहे मीह पै रहा, कणियां पै गईयां, ठंड लंघी, गर्मी लंघी, अंदोलन लगातार जारी है। पर यह अंदोलन का असर 22 च कितना रहने वाला है? बहुत ज़्यादा पऊगा जी। 22 च मोदी नूं फर्क पऊगा जी बहुत ज़्यादा। क्यों तुहाडा जिहड़ा एरिया है BJP की सीट है, आनंदपुर की सीट BJP की है, कदे मदन मोहन मित्तल इत्थों MLA बने, फिर मंत्री बने, तो लगता है कि 2022 ਦੇ ਵਿੱਚ BJP ਨੂੰ ਕੋਈ ਕਾਮਯਾਬੀ ਮਿਲ ਪਾਏਗੀ ਜਿਹੜੀ 2012 ਚ ਮਿਲੀ ਸੀ? नहीं जी, देखो मोहन मित्तल दी देखो तुसीं देखिए है किन्ना घरा करिया करदे आपां, पर वो इन्ना बेशर्म बंदा है कि वो हर जगह जाके पिंडां 'ਚ अपना वर्क करदा जी। वर्क करन दे बाद असीं किसान ਉਹਦਾ ਅਸੀਂ ਵਿਰੋਧ ਕਰਦੇ ਆ ਤੇ ਬਾਜੇ ਤੱਕ ਕੁੱਟਮਾਰ ਵੀ ਬਹੁਤ ਸਾਡੇ ਨਾਲ ਹੁੰਦੀ ਜੀ। ਪੁਲਿਸ ਆਪਣੇ ਆਪ ਬਹੁਤ ਮੰਗਾ ਲੈਂਦਾ ਜੀ, 500 ਬੰਦਾ ਉਹਨਾਂ ਪੁਲਿਸ ਦਾ ਮੰਗਾ ਲਿਆ, ਸਾਡੇ ਬੰਦੇ 100-150 ਬੰਦਾ ਸਾਡਾ ਸੀਗਾ ਜੀ, ਤੇ ਚੱਕ ਕੇ ਸਾਨੂੰ ਸਿੱਟਿਆ। ਪਰ ਆਪਾਂ ਪਰਵਾਹ ਨਹੀਂ ਕੀਤੀ, ਆਪਾਂ ਇਹਨੂੰ ਮਿੱਤਲ ਨੂੰ ਇੱਥੇ ਆਪਾਂ ਐਤਕੀ ਮੰਤਰੀ ਨਹੀਂ ਬਣਨਾ। ਕਿਹੜੀ ਪਾਰਟੀ ਲੱਗ ਰਿਹਾ ਕਿ ਆਨੰਦਪੁਰ ਤੋਂ ਲੱਗਦਾ ਕਿ ਅੱਗੇ ਵੱਧ ਸਕਦੀ ਹੈ? ਕਾਂਗਰਸ ਹੋ ਗਏ, ਅਕਾਲੀਆਂ ਨੇ BSP ਨੂੰ ਦੇਤੀ ਸੀਟ ਇਸ ਵਾਰ। ਦੇਖੋ ਜੀ ਗੱਲ ਪਤਾ ਕਿਆ ਜੀ, ਚਾਹੇ DSP ਹੈ, ਚਾਹੇ ਅਕਾਲੀ ਹੈ, ਚਾਹੇ ਕਾਂਗਰਸ ਹੈ, ਪਰ ਆਪਾਂ ਦੇ ਸੋਚਾਂਗੇ ਬਈ ਐਤਕੀ ਬਦਲਾਅ ਹੋਣਾ ਚਾਹੀਦਾ। ਆਪ ਵਾਲੇ ਕਹਿ ਰਹੇ ਆ ਨਹੀਂ ਆਪ ਜਿਹੜੀ ਮਰਜ਼ੀ ਪਾਰਟੀ ਹੋਵੇ, ਚੰਗੀ ਪਾਰਟੀ ਆਵੇ ਨਾ ਜੀ। ਚੰਗੀ ਪਾਰਟੀ ਆਉਣ ਦੇ ਬਾਅਦ ਸਾਨੂੰ ਇਹ ਵੀ ਸਾਡਾ ਜਿਹੜਾ ਕਿਸਾਨੀ ਦਾ ਧਰਨਾ ਜਾਂ ਕਿਸਾਨੀ ਆਪਣਾ ਮੁੱਦੇ ਆ ਜਾਂ ਕਿਸਾਨੀ ਦਾ ਕੋਈ ਵੀ ਚੀਜ਼ ਹੈ ਵੀ ਉਹਨਾਂ ਨੂੰ ਫਾਇਦਾ ਹੋਣਾ ਚਾਹੀਦਾ। ਮੀਂਹ ਬਾਹਰ ਕਾਫੀ ਪੈ ਰਿਹਾ, ਇੱਕ ਹੋਰ ਸਪੌਟ ਤੇ ਆ ਗਏ ਆ, ਕਾਫੀ ਮੈਨੂੰ ਲੱਗਦਾ ਸ਼ਾਇਦ ਡਰਾਈਵਰ ਵੀਰ ਨੇ ਜਾਂ ਟਰਾਂਸਪੋਰਟ ਦੇ ਨਾਲ ਸੰਬੰਧਿਤ ਨੇ। ਕੀ ਕੰਮ ਕੀ ਕਰਦੇ ਬਾਈ ਜੀ? ਡਰਾਈਵਰੀ ਹੈਗੀ। ਕੀ ਕੰਮ ਕੀ ਹੈ ਸਾਰਿਆਂ ਦਾ? ਬਸ ਆ ਲੇਬਰ ਦਾ। ਸੋ ਬੰਦੇ ਕਿਹੜੇ ਲੱਗ ਰਹੇ ਠੀਕ ਕੰਮ ਕਰ ਰਹੇ, ਕਿਹੜੇ ਲੱਗਦਾ ਨਹੀਂ ਠੀਕ ਕਰ ਰਹੇ? ਸਾਡਾ ਸਰਪੰਚ ਸਾਹਿਬ ਹੀ ਹੈ ਹਾਂਜੀ, ਦਵਿੰਦਰ ਸਾਹਿਬ, ਉਹ ਵਧੀਆ ਕੰਮ ਕਰ ਰਹੇ ਪਿੰਡ 'ਚ। ਸਰਪੰਚ ਸਾਹਿਬ। MLA ਕਿਹੜੇ ਵਧੀਆ ਨੇ? MLA ਕੰਮ ਕਰਦੇ ਹੋਣਗੇ? ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ। MLA ਦੀ ਵੋਟ ਨਹੀਂ ਕਦੇ ਪਾਈ? ਮੈਨੂੰ ਲੱਗਦਾ ਤੁਸੀਂ ਕਾਫੀ ਵਾਰ ਵੋਟ ਪਾ ਲਈ ਹੋਊਗੀ ਜੀ MLA ਨੂੰ। ਕਿਹੜੀਆਂ ਪਾਰਟੀਆਂ ਲੱਗ ਰਹੀਆਂ ਠੀਕ ਕੰਮ ਕਰ ਰਹੀਆਂ? ਪਾਰਟੀਆਂ ਤਾਂ ਸਾਰੀਆਂ ਕੰਮ ਕਰਦੀਆਂ ਜੀ, ਸਾਰੀਆਂ ਕੰਮ ਕਰਦੀਆਂ, ਅਕਾਲੀ, ਕਾਂਗਰਸ, BJP, ਆਮ ਵਾਲੇ ਸਭ ਕਰਦੇ। ਸਭ ਕਰਦੇ। ਮਾੜੇ ਕਿਹੜੇ ਫਿਰ? ਮਾੜਾ ਤਾਂ ਕੋਈ ਨਹੀਂ ਜੀ, ਆਪਣੀ ਆਪਣੀ ਜਗ੍ਹਾ ਸਭ ਠੀਕ ਹੈ ਜੀ। ਤੁਹਾਨੂੰ ਕੀ ਲੱਗ ਰਿਹਾ ਆਸੇ-ਪਾਸੇ ਗੱਲਾਂ ਬਾਤਾਂ ਹੀ ਹੁੰਦੀਆਂ ਰਹਿੰਦੀਆਂ ਪਿੰਡਾਂ 'ਚ, ਚਰਚਾ ਕਰਦੇ ਰਹਿਣ? ਕੋਈ ਗੱਲਬਾਤ ਨਹੀਂ ਹਾਲੇ ਤੱਕ ਕੋਈ ਗੱਲਬਾਤ ਨਹੀਂ। ਮੈਨੂੰ ਲੱਗਦਾ ਪਿੱਛੇ ਚੱਲਦੇ ਆ ਸ਼ਾਇਦ, ਹਾਲੇ ਤੱਕ ਕੋਈ ਗੱਲ ਖੁੱਲ੍ਹ ਕੇ ਕਰਨੀ ਹੁੰਦੀ। ਕਿਹੜਾ ਇਹ ਪਿੰਡ ਕਿਹੜਾ ਬਈ? ਇੱਕ ਆਪਣਾ ਨਾਮ ਦੱਸ ਦਿਓ, ਇੱਕ ਪਿੰਡ ਦਾ ਨਾਮ ਦੱਸ ਦਿਓ। ਸਾਹਿਬ ਹੈ ਜੀ ਇਲਾਕਾ। ਹਾਂਜੀ, ਆਨੰਦਪੁਰ ਸਾਹਿਬ। ਆਨੰਦਪੁਰ ਸਾਹਿਬ ਦਾ ਕੀ ਲੱਗ ਰਿਹਾ ਜੀ ਇਲੈਕਸ਼ਨ ਦਾ? ਇਲੈਕਸ਼ਨ ਦਾ ਹਜੇ ਕੁਝ ਪਤਾ ਨਹੀਂ ਲੱਗਦਾ ਜੀ। ਕਿਉਂ? ਹਜੇ ਇੱਦਾਂ ਹੀ ਰੌਲਾ ਹੀ ਹੈ ਜੀ। ਜ਼ਿਆਦਾ ਰੌਲਾ ਕਿਹਦਾ, ਘੱਟ ਰੌਲਾ ਕਿਹਦਾ? ਜ਼ਿਆਦਾ ਝਾੜੂ ਵਾਲਿਆਂ ਦਾ ਰੌਲਾ ਜੀ। ਹਾਂਜੀ, ਝਾੜੂ ਵਾਲਿਆਂ ਦਾ। ਝਾੜੂ ਵਾਲਿਆਂ ਦਾ। ਹਾਂਜੀ। ਤੇ ਘੱਟ ਕਿਹਦਾ? ਘੱਟ ਇੱਦਾਂ ਕੋਈ ਪਤਾ ਨਹੀਂ ਲੱਗਦਾ ਹਜੇ ਘੱਟ। ਤੁਹਾਨੂੰ ਕੀ ਲੱਗ ਰਿਹਾ? ਤੁਸੀਂ ਵੀ ਵੋਟਾਂ ਸਾਰੇ ਪਾਉਂਦੇ ਰਹਿੰਦੇ ਹੋਵੋਗੇ, ਕਿਹੜੀ ਪਾਰਟੀ ਦਾ ਲੱਗ ਰਿਹਾ ਜ਼ਿਆਦਾ ਦਬਦਬਾ ਲੱਗ ਰਿਹਾ? ਕਿਉਂ ਲੱਗ ਰਿਹਾ? ਇਲਾਕੇ ਦੀਆਂ ਸਮੱਸਿਆਵਾਂ ਕਿਹੜੀਆਂ ਜਿਹੜੀਆਂ ਹਾਲੇ ਤੱਕ ਹੱਲ ਨਹੀਂ ਹੋਈਆਂ? देखो आवाज़ तो झाड़ू दी आ रही थी, जो आवाज़ झाड़ू दी सुन रही थी। ਤੇ ਜ਼ਿਆਦਾ ਪ੍ਰੋਬਲਮਾਂ ਕਿਹੜੀਆਂ ਜਿਹੜੀਆਂ ਹਾਲੇ ਤੱਕ ਹੱਲ ਨਹੀਂ ਹੋ ਸਕੀਆਂ ਇਲਾਕੇ ਦੀਆਂ? ਕੋਈ ਪਾਣੀ ਦੀ ਕਹਿ ਰਹੇ ਹੈ ਕਿ ਹੜ੍ਹ ਵਗੈਰਾ ਆ ਜਾਂਦੇ ਹੈਗੇ, ਨਦੀਆਂ ਦੀਆਂ ਸਮੱਸਿਆਵਾਂ ਹੈਗੀਆਂ, ਕੁਛ ਏਰੀਆ 'ਚ ਪਾਣੀ ਹੈ ਨਹੀਂ ਤਾਂ ਕੁਛ ਹੜ੍ਹ ਆ ਜਾਂਦੇ ਆ। हाँ जी, पानी देखो साढ़े चंगे एरिए की प्रॉब्लम है जी। बाकी जो अपना सुधार है खड्डां का वो बहुत हो रहा। सड़कों बन गई खड्डां 'ਚ खड्ड दी, बाकी जो पुल भी रह गया, कुछ पैन भी है, जानी सुधार हो रहा। ਜੰਗਲ ਏਰੀਏ 'ਚ ਪਾਣੀ ਦੀ ਸਮੱਸਿਆ ਆ ਰਹੀ ਹੈ। हाँ जी हाँ जी, ਕੋਈ ਲੱਗਦਾ ਕਿ ਹੱਲ ਕਰ ਪਾਏਗੀ ਸਰਕਾਰ ਕਦੇ? देखो हम सरकार कह रही है, अगे हम पता नहीं। 4.5 ਸਾਲ ਲੰਘੇ, ਹਾਲੇ ਤੱਕ ਕਹਿ ਹੀ ਰਹੀ ਹੈ।
ਜੀ ਸਰਕਾਰ ਆ ਜਾਵੇ ਗਰੀਬ ਨੂੰ ਕੋਈ ਕਿਸੇ ਨੂੰ ਨਹੀਂ ਪੁੱਛਦੀ। ਜਦ ਵੋਟਾਂ ਲੈਣੀਆਂ ਹੁੰਦੀਆਂ ਜਦ ਤਾਂ ਮੋਹਰੇ ਹੁੰਦੇ ਆ, ਉਹ ਜਦ ਤਾਂ ਸਭ ਮੋਹਰੇ ਹੁੰਦੇ ਆ। ਜਾਂ ਮੋਹਰੇ ਵਾਲੇ ਮੋਹਰੇ ਹੁੰਦੇ ਜਾਂ ਖਾ ਜਾਂਦੇ ਮੋਹਰੇ ਵਾਲੇ। ਜਿਹੜੇ ਆਗੂ ਹੁੰਦੇ ਆ ਉਹੀ ਅੱਗੇ ਰਹਿੰਦੇ। ਦਿਹਾੜੀ ਕਰਿਆ ਕਰਦੇ ਸਾਨੂੰ, ਦਿਹਾੜੀ ਕਰਕੇ ਪੈਸੇ ਨਹੀਂ ਮਿਲਦੇ ਸਾਨੂੰ ਤਾਂ। ਵਾਲੇ ਕਹਿੰਦੇ ਅਸੀਂ 85% ਵਾਅਦੇ ਪੂਰੇ ਕਰਤੇ, ਕਹਿੰਦੇ ਜੀ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ, ਅਸੀਂ 15,000 ਰੁਪਏ ਕਹਿੰਦੇ ਉਹ ਵਧਾਤੀ, ਸਾਰੇ ਮਤਲਬ ਵਾਅਦੇ ਕਰਤੇ, 51,000 ਰੁਪਏ ਕਰਤੇ, ਕਹਿੰਦੇ ਸ਼ਗਨ ਸਕੀਮ। ਲੱਗਦਾ ਉਹਦਾ ਫਰਕ ਪੈ ਗਿਆ? ਮੈਂ ਹੁਣ ਜਿੰਨਾ ਮਰਜ਼ੀ ਕਹੀ ਜਾਣ ਆ ਕੇ ਮਿਲਿਆ ਵੀ ਕਿਸੇ ਨੂੰ, ਜਾਂ ਤਾਂ ਕਿਸੇ ਨੂੰ ਮਿਲੇ ਫਿਰ ਤਾਂ ਫਾਇਦਾ ਵੀ ਆ। ਜਿਹੜੀ ਕੋਈ ਮੇਨ ਆਪਣੀਆਂ ਉਹਨੇ ਖਾਦੇ ਤੇ ਨੌਕਰੀਆਂ ਦਿੱਤੀਆਂ ਉਹੀ ਕਹਿੰਦੇ ਜੀ 2 ਘਰਾਂ ਨੌਕਰੀ ਦਿੱਤੀਆਂ, 2 ਘਰਾਂ ਨੌਕਰੀ ਦਿੱਤੀਆਂ, ਉਹ ਵੀ ਸ਼ਬਾਸ਼ੀ। ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਕ ਚੁਣਾਵੀ ਵਾਅਦੇ ਕੀਤੇ ਗਏ ਸੀਗੇ ਉਹਨਾਂ ਦੀ ਗੱਲ ਇਹ ਜ਼ਰੂਰ ਕਰ ਰਹੇ ਆ ਕਿ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਜਾਂਦਾ ਹੈਗਾ, ਔਰ ਇਸੇ ਦੇ ਨਾਲ ਹੀ ਘਰ ਘਰ ਨੌਕਰੀ ਦੇ ਨਾਲ ਬੇਰੁਜ਼ਗਾਰੀ ਭੱਤੇ ਦਾ ਵਾਅਦਾ ਕੀਤਾ ਜਾਂਦਾ ਹੈ। ਕਹਿੰਦੇ ਆ ਕਿ ਜਿਹੜੇ ਹਾਲੇ ਤੱਕ ਪੂਰੇ ਨਹੀਂ ਹੋਏ। ਸੋ ਹੁਣ ਅੱਗੇ ਚੱਲਾਂਗੇ ਔਰ ਅੱਗੇ ਚੱਲ ਕੇ ਦੇਖਾਂਗੇ, ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਸਵਾਦ ਲਵਾਂਗੇ ਆਨੰਦਪੁਰ ਦੇ ਸਾਹਿਬ ਦੀ ਸੀਟ ਦਾ ਕਿ ਕੀ ਕੁਝ ਹੋਰ ਚੁਣਾਵੀ ਵਾਅਦੇ ਕੀਤੇ ਗਏ ਸੀ ਜੋ ਪੂਰੇ ਨਹੀਂ ਹੋਏ, ਔਰ ਇਸੇ ਦੇ ਨਾਲ ਹੀ ਸਮੱਸਿਆਵਾਂ ਏਰੀਆ ਦੀ ਕਿਹੜੀਆਂ ਨੇ ਸਮੱਸਿਆ। ਖਾਸ ਤੌਰ ਤੇ ਉਹਨੇ ਜ਼ਿਕਰ ਕੀਤਾ ਕਿ ਹੜ੍ਹ ਦੀ ਸਮੱਸਿਆ ਔਰ ਜਿਹੜਾ ਜੰਗਲ ਦਾ ਏਰੀਆ ਉਸ ਦੇ ਵਿੱਚ ਜਿਹੜਾ ਪਾਣੀ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਆਨੰਦਪੁਰ ਏਰੀਆ ਦੀ ਪਾਈ ਜਾ ਰਹੀ ਹੈ। ਸੋ ਨੰਗਲ ਦੀ ਟਰੱਕ ਯੂਨੀਅਨਾਂ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ। ਥੋੜੀ ਦੇਰ ਪਹਿਲਾਂ ਤੁਸੀਂ ਸ਼ਾਟ ਦੇਖੇ ਹੋਣਗੇ ਕਿ ਜਿਹੜੀਆਂ ਬੋਲੀਆਂ ਲੱਗ ਰਹੀਆਂ ਕਿ ਗੱਡੀਆਂ ਕਿੱਥੋਂ ਜਾ ਰਹੀਆਂ, ਕਿੱਧਰ ਨੂੰ ਜਾਣੀਆਂ, ਕਿਹੜੇ ਬੰਦੇ ਨੇ ਕਿੱਥੇ ਜਾਣਾ, ਤਾਂ ਉਹ ਗੱਲਬਾਤ ਜਿਹੜੀ ਤਮਾਮ ਹੋ ਰਹੀ ਸੀ। ਇੱਕ ਤਰੀਕੇ ਦੇ ਨਾਲ ਜਿਹੜੀ ਬੋਲੀ ਹੈ ਡੇਲੀ ਦਾ ਰੂਟੀਨ ਹੈਗਾ ਉਹ ਲੱਗਦੀ ਰਹਿੰਦੀ ਹੈ। ਕੁਝ ਨਾਲ ਮੇਰੇ ਜਿਹੜੇ ਬੈਠੇ ਹੋਏ ਨੇ ਗੱਡੀਆਂ ਦੇ ਮਾਲਕ ਨੇ, ਗੱਡੀਆਂ ਚਲਾਉਣ ਵਾਲੇ ਨੇ, ਤਾਂ ਇਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਆ ਰਹੀਆਂ, ਕੀ ਲੱਗਦਾ ਕਿ ਸਰਕਾਰ ਕਿਹੋ ਜਿਹੀ ਹੋਵੇ ਜਿਹੜੀ ਇਹਨਾਂ ਦੀਆਂ ਸਮੱਸਿਆ ਹੱਲ ਕਰ ਸਕੇ। ਸੋ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਜਾਂ ਯੂਨੀਅਨ ਦੇ ਜਿਹੜੇ ਵੱਖ-ਵੱਖ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ। ਬਾਪੂ ਜੀ ਤੁਹਾਡਾ ਕੀ ਨਾਮ ਹੈ, ਕੀ ਕਿਹੜੀ ਜਗ੍ਹਾ ਇੱਥੋਂ ਇਹੀ ਹਲਕਾ ਹੈ? ਹਾਂਜੀ ਗੁਰਮੇਲ ਸਿੰਘ ਬੇਲਾ ਜੀ। ਵੇਲੇ ਤੋਂ ਹੈਗੇ ਹੋ, ਔਰ ਗੱਲ ਮੈਨੂੰ ਦੱਸੋ ਕਿ ਕੰਮ ਕਿਵੇਂ ਚੱਲ ਰਿਹਾ ਆਨੰਦਪੁਰ ਹਲਕੇ ਦਾ, ਜੇਕਰ ਕੰਮ ਦੇਖ ਲਈਏ। ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਜਿਹੜੀ ਸਾਡੀ ਸੁਸਾਇਟੀ ਹੈ ਨਾ ਜੀ, ਅਕਾਲੀ ਦਲ ਬੀਜੇਪੀ ਸਰਕਾਰ ਤੋਂ ਵੀ ਦੁਖੀ ਆ, ਅਸੀਂ ਕਾਂਗਰਸ ਤੋਂ ਵੀ ਬਹੁਤ ਦੁਖੀ ਆ ਜੀ। ਜਦੋਂ ਇਹ ਸਰਕਾਰਾਂ ਆਉਂਦੀਆਂ ਸਾਡੇ ਨਾਲ ਬੜੇ ਵਾਅਦੇ ਕਰਕੇ ਜਾਂਦੀਆਂ, ਜਿਹੜਾ ਸਾਡਾ ਪ੍ਰਧਾਨ ਬਣਦਾ ਉਹ ਲਿਫਾਫਿਆਂ ਨਾਲ ਬੰਦ ਇੱਥੇ ਆਉਂਦੀਆਂ ਜੀ ਕਮੇਟੀਆਂ ਜੀ। ਤੇ ਸਾਡੇ ਇਲਾਕੇ ਸੀਗੀਆਂ 3 ਫੈਕਟਰੀਆਂ ਜੀ, ਇੱਕ ਸੈਂਟਰ ਦੀ NFL ਫੈਕਟਰੀ ਸੀ ਤੇ 2 ਦੂਜੀਆਂ ਸੀਗੀਆਂ। ਉਹ ਸਰਕਾਰ ਅਕਾਲੀ ਦਲ ਬੀਜੇਪੀ ਦੇ ਟਾਈਮ ਇੱਕ ਫੈਕਟਰੀ ਬੰਦ ਮਦਨ ਮੋਹਨ ਮਿੱਤਲ ਜੀ ਕਰਾ ਕੇ ਤੇ ਦੂਜੀ ਜਿਹੜੀ ਅੱਜ ਮੌਜੂਦਾ ਫੈਕਟਰੀ ਹੈਗੀ ਉਹ ਪ੍ਰਾਈਵੇਟ ਕਰਾਤੀ ਕਾਂਗਰਸ ਪਾਰਟੀ ਨੇ ਜੀ। ਉੱਥੇ ਸਾਡੇ ਨਾਲ ਬਹੁਤ ਤਕੜਾ ਧੱਕਾ ਹੋ ਰਿਹਾ ਜੀ। ਉਹ ਜਿਹੜੀ ਫੈਕਟਰੀ ਦੇ ਜਿਹੜੇ ਚਹੇਤੇ ਨੇ ਲਈ ਹੈ ਜੀ, ਸਾਡੀਆਂ ਗੱਡੀਆਂ ਨੂੰ ਬਹੁਤ ਮਾਲ ਘੱਟ ਦੇ ਰਿਹਾ ਜੀ। ਔਰ ਦੂਜਾ ਜਿਹੜਾ ਸਾਡਾ ਟਰੱਕ ਜਿਹਨਾਂ ਦਾ ਪਿਆਰੇ ਲਾਲ ਜਸਪਾਲ ਪ੍ਰਧਾਨ ਹੈ ਜੀ, ਉਹਨੇ 37 ਮਹੀਨੇ ਸਾਡੀ ਪੇਮੈਂਟ ਕਰਾਤੀ ਜੀ। ਸਾਡਾ ਤਾਂ ਕਚੂੰਬਰ ਕੱਢਤਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਲੋਕਾਂ ਦਾ ਜੀ। ਨੰਗਲ ਦਾ ਰਹਿਣਾ ਬੜਾ ਔਖਾ ਹੋਇਆ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਸੀ, ਕੈਪਟਨ ਸਾਹਿਬ ਕਹਿੰਦੇ ਸੀ 2500 ਰੁਪਇਆ ਭੱਤਾ ਨੌਜਵਾਨ ਪੀੜ੍ਹੀ ਨੂੰ ਦੇਵਾਂਗੇ, ਅਸੀਂ 1 ਰੁਪਈਆ ਨਹੀਂ ਦਿੱਤਾ। ਸੋ ਰੁਜ਼ਗਾਰ ਦੀ ਤੁਸੀਂ ਗੱਲ ਕਰ ਰਹੇ ਹੋ, ਬੇਰੁਜ਼ਗਾਰੀ ਦੀ ਗੱਲ ਕਰ ਰਹੇ ਹੋ, ਕੋਈ ਕੰਮ ਕਰਵਾਇਆ ਹਲਕੇ 'ਚ? ਅਸੀਂ ਦੇਖ ਰਹੇ ਹਾਂ ਫਲਾਈਓਵਰ ਤਾਂ ਬਣ ਰਿਹਾ ਕਿ ਕਾਂਗਰਸ ਦਾ ਕਿ ਕਿਹਨਾਂ ਦਾ ਹੈ? ਜਿਹੜਾ ਫਲਾਈਓਵਰ ਦਾ ਕੰਮ ਆ ਉਹ ਵੀ ਰੁਕਿਆ ਵਾ, ਤੁਸੀਂ ਦੇਖ ਲਓ ਜੀ। ਇਹਨੂੰ 2-3-4 ਸਾਲ ਹੋ ਗਏ ਬਣਦੇ ਨੂੰ ਜੀ। ਰੱਖਾ ਆ ਹੁਣ ਮੈਨਿਕ ਦੀ ਗੱਲ ਕਰ ਲਈਏ, ਸਾਡੇ ਦਾ ਖੂਹਾਂ ਦੇ ਜਿਹੜੇ ਪਾਣੀ ਸੀ ਬੋਰਾਂ ਦੇ ਉਹ ਵੀ ਖਤਮ ਹੋ ਗਏ ਜੀ। ਸਾਡਾ ਦਾ ਇਲਾਕਾ ਜੀ ਇਹਨਾਂ ਦੋਹਾਂ ਸਰਕਾਰਾਂ ਨੇ, ਅਕਾਲੀ ਦਲ ਬੀਜੇਪੀ ਕਾਂਗਰਸ ਨੇ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਜੀ। ਅੱਗੇ ਦਾ ਕੀ ਲੱਗਦਾ 22 ਦਾ ਇਲੈਕਸ਼ਨ ਆਉਣ ਵਾਲਾ, 22 'ਚ ਕੀ ਲੱਗ ਰਿਹਾ? ਹੁਣ ਦੇਖੋ ਜੀ, ਲੋਕ ਤੀਜੀ ਪਾਰਟੀ ਨੂੰ ਫਰੰਟ ਚੰਗਾ ਚਾਹੁੰਦੇ ਆ ਜੀ। ਤੇ ਹੁਣ ਆਉਣ ਵਾਲੇ ਸਮੇਂ 'ਚ 22 ਦੇ ਵਿੱਚ ਲੋਕਾਂ ਨੇ ਇਹਨਾਂ ਦੋਹਾਂ ਸਰਕਾਰਾਂ ਨੂੰ ਅਲਵਿਦਾ ਕਹਿ ਦੇਣਾ ਜੀ। ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਤੁਸੀਂ ਸਹਿਮਤ ਹੋ ਜਾਂ ਲੱਗਦਾ ਕਿ ਕਿਸੇ ਸਰਕਾਰ ਨੇ ਕੋਈ ਕੰਮ ਕਰਾਇਆ? ਬਿਲਕੁਲ ਅਸੀਂ ਸ਼ਿਵ ਸਿੰਘ ਬੇਲਾ ਜੀ ਦੇ ਨਾਲ ਇਹ ਗੱਲਾਂ ਪੂਰੀ ਤਰ੍ਹਾਂ ਸਹਿਮਤ ਹੈ ਜੀ। ਇਹ ਜੋ ਵੀ ਕੁਝ ਗੱਲਾਂ ਕੀਤੀਆਂ ਜੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਤੇ ਕੈਪਟਨ ਔਰ ਪੰਜਾਬ ਸਰਕਾਰ ਮੁਰਦਾਬਾਦ। ਬਾਜੀ ਆਪਾਂ ਤਾਂ ਇਹਨਾਂ ਨਾਲ ਸਹਿਮਤ ਆ, ਇਹੀ ਇਹਨਾਂ ਦਾ ਹੱਲ ਆ। ਸਾਨੂੰ ਤਾਂ ਇੱਥੇ ਜਮੇ ਇਹਨਾਂ ਨੇ ਥੱਲੇ ਲਾ। ਤੁਹਾਨੂੰ ਕੀ ਲੱਗਦਾ? ਅਸੀਂ ਇਹਨਾਂ ਦੇ ਨਾਲ ਜਿੱਦਾਂ ਬੇਲਾ ਸਾਹਿਬ ਦੱਸ ਰਹੇ ਆ ਉਸੇ ਤਰ੍ਹਾਂ ਸਹਿਮਤ ਆ ਇਹਨਾਂ ਨਾਲ। ਨਹੀਂ ਲੱਗ ਰਿਹਾ ਕਿ ਕੋਈ ਕਾਂਗਰਸ ਨੇ ਅਕਾਲੀਆਂ ਨੇ ਕੋਈ ਤਾਂ ਕੰਮ ਕਰਾਏ ਹੋਣਗੇ 15 ਸਾਲ ਹੋਣ ਵਾਲੇ। ਸਾਡੇ ਹੱਕ ਦੇ ਵਿੱਚ ਕੋਈ ਕੰਮ ਨਹੀਂ ਹੋਇਆ। ਬੈਟਰੀਆਂ ਸਾਡੀਆਂ ਬੰਦ ਇਹ ਨੰਗਲ ਸਾਰਾ ਕੁਝ ਸਾਡਾ ਇੱਥੇ ਮਿਹਨਤ ਕਰਦੇ ਆ, ਆਏ ਆ ਬਾਹਰੋਂ, ਪਰ ਸਾਡੇ ਸੁਣਦਾ ਹੀ ਨਹੀਂ ਕੋਈ ਹੈ। ਆ ਫੈਕਟਰੀ ਹੁਣ ਜਮੇ ਬੰਦ ਹੋਣ ਦੇ ਕਗਾਰ ਤੇ ਆ। NFL ਉਹ ਘਟਾਤੀ ਇਹਨਾਂ ਨੇ, ਕੈਨ ਪਲਾਟ ਉਹ ਬੰਦ ਕਰਾਤੇ। ਤੁਸੀਂ ਸਾਈਡ ਜੀ ਤੇ ਬੈਠੇ ਹੋ, ਤੁਹਾਡਾ ਕੀ ਕਹਿਣਾ ਹੈਗਾ? ਬੋਲ ਪੇ ਪਿੰਡ ਦਾ ਕੋਈ ਕਿਉਂਕਿ ਬਸ ਹੀ ਕਹਿ ਰਹੇ ਆ ਕੀ ਲੱਗ ਰਿਹਾ ਜੀ? ਕੀ ਲੱਗਦਾ ਕੁਝ ਕਿ ਸਰਕਾਰ ਨੇ ਕੁਝ ਕੀਤਾ ਹੈ ਜਾਂ ਬੰਦ ਹੀ ਨਜ਼ਰ ਆ ਰਿਹਾ ਹੈਗਾ? ਸੋ ਉੱਪਰ ਚੱਲ ਕੇ ਗੱਲਬਾਤ ਕਰ ਲੈਣੇ। ਤੁਹਾਡਾ ਕੀ ਨਾਮ ਹੈ ਬਾਪੂ ਜੀ? ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਜੀ ਕੀ ਲੱਗਦਾ ਹੈਗਾ ਬੇਲਾ ਸਾਹਿਬ ਜਿਹੜੀ ਗੱਲ ਕਹਿ ਰਹੇ ਆ, ਕੋਈ ਗਲਤ ਹੈ ਮਾੜੀ ਮੋਟੀ ਕਿ ਕੋਈ ਹੋਰ ਵੀ ਸੱਚਾਈ ਹੈ? ਇਹ ਬਿਲਕੁਲ ਸਹੀ ਕਹਿ ਰਹੇ। ਪਹਿਲਾਂ ਸਾਡੀ ਨੰਗਲ ਟਰੱਕ ਯੂਨੀਅਨ ਆਲ ਇੰਡੀਆ 'ਚ 1 ਨੰਬਰ ਯੂਨੀਅਨ ਦੀ,
ਅੱਜ ਸਭ ਤੋਂ ਡਾਊਨ ਯੂਨੀਅਨ ਹੈ। ਅੱਜ ਨਾਲਾਗੜ੍ਹ 1 ਨੰਬਰ ਤੇ ਹੈ। ਕਲਕੱਤਾ, ਗੁਹਾਟੀ, ਜਿੱਥੇ ਵੀ ਚੱਲ ਜਾਓ ਸਾਡੀਆਂ 20-50 ਗੱਡੀਆਂ ਮਿਲਦੀਆਂ ਨੇ। ਹੁਣ ਬਿਲਕੁਲ ਕੰਮ ਹੈ ਨਹੀਂ। ਬਾਰਡਰ ਏਰੀਏ ਦੀ ਯੂਨੀਅਨ ਹੈ, ਨੰਗਲ ਤੋਂ ਅੱਗੇ ਊਨਾ ਆ ਜਾਂਦਾ ਹੈਗਾ, ਹਿਮਾਚਲ ਪੰਜਾਬ ਬਾਰਡਰ ਪੈਂਦਾ। ਕੋਈ ਬਾਰਡਰ ਦੀ ਸਮੱਸਿਆ ਲੱਗ ਰਹੀ ਹੈ? ਬਾਰਡਰ ਦੀ ਸਮੱਸਿਆ ਨਹੀਂ, ਉੱਥੇ ਮਿਨਿਸਟਰ ਵਧੀਆ ਕੰਮ ਕਰਾ ਰਹੀ। ਕੰਮ ਆਪਣਾ ਟਾਹਲੀਵਾਲ ਵਧੀਆ ਕੰਮ ਚੱਲ ਰਿਹਾ ਜੀ, ਨਾਲਾਗੜ੍ਹ ਵਧੀਆ ਕੰਮ ਚੱਲ ਰਿਹਾ ਜੀ। ਸਾਡੇ ਹੈ ਨਹੀਂ ਕੰਮ, ਬਿਲਕੁਲ ਨਹੀਂ। ਯੂਨੀਅਨ ਦੀ ਗੱਲ ਕਰ ਲਈ, ਯੂਨੀਅਨ ਦੀਆਂ ਸਮੱਸਿਆਵਾਂ ਕੀ ਨੇ ਔਰ ਹਲਕੇ ਦੀਆਂ ਸਮੱਸਿਆਵਾਂ ਕੀ ਨੇ? ਯੂਨੀਅਨ ਦੀ ਸਮੱਸਿਆ ਸਾਨੂੰ ਤਾਂ ਕੰਮ ਚਾਹੀਦਾ ਜੀ, ਕੰਮ ਕਰਨੇ ਵਾਲੇ ਬੰਦੇ ਕੰਮ ਚਾਹੀਦਾ। ਹੁਣ 10-10 15-15 ਦਿਨ ਹੋ ਗਏ ਜੀ। ਆ ਕਣਕ ਢੋਂਦੇ ਅਸੀਂ 2 ਸਾਲ ਬਾਅਦ ਪੇਮੈਂਟ ਆਉਂਦੀ। ਸੋ ਪੇਮੈਂਟ ਰੁਕੀ ਹੋਈ ਹੈ। 7-8 ਮਹੀਨੇ ਬਾਅਦ ਸਿਲੰਡਰਾਂ ਦੀ ਪੇਮੈਂਟ ਆਉਂਦੀ। ਤੁਸੀਂ ਦੱਸੋ, ਮਹੀਨੇ 'ਚ ਤਨਖਾਹ ਨਾ ਸਰਕਾਰੀ ਬੰਦੇ ਨੂੰ ਮਿਲੇ, ਉਹ ਜਦੇ ਹੀ ਹੜਤਾਲਾਂ ਕਰਨ ਬਹਿ ਜਾਂਦੇ। ਅਸੀਂ ਕਿੱਥੋਂ ਬੱਚੇ ਪਾਲਣੇ? ਪੰਜਾਬੀਆਂ ਦੀ ਸਵੇਰ ਕਹਿੰਦੇ ਚਾਹ ਤੋਂ ਬਿਨਾਂ ਸ਼ਾਇਦ ਹੋ ਨਹੀਂ ਸਕਦੀ। ਸੋ ਇਸੇ ਕਰਕੇ ਅਸੀਂ ਵੀ ਚਾਹ ਵਾਲੇ ਕੋਲੇ ਪਹੁੰਚ ਚੁੱਕੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਕੀ ਨਾਮ ਕੀ ਹੈ ਜੀ ਤੁਹਾਡਾ? ਬਰਜਿੰਦਰ ਸ਼ਰਮਾ ਜੀ। ਬਰਜਿੰਦਰ ਜੀ, ਕੀ ਚੱਲ ਰਿਹਾ? ਚਾਹ ਦਾ ਕੰਮ ਠੀਕ ਚੱਲ ਰਿਹਾ? ਠੀਕ ਹੈ ਜੀ। ਪਿੱਛੇ ਜੇ 2014 ਚਰਚਾ ਚੱਲੀ, ਕਹਿੰਦੇ ਚਾਹ ਵਾਲਾ ਇੱਕ ਬੰਦਾ ਮੁੱਖ ਪ੍ਰਧਾਨ ਮੰਤਰੀ ਬਣ ਗਿਆ। ਹਾਂਜੀ, ਬੜੀ ਖੁਸ਼ੀ ਦੀ ਗੱਲ ਹੈ ਜੀ। ਬੜੀ ਖੁਸ਼ੀ ਦੀ ਗੱਲ ਹੈ। ਨਰਿੰਦਰ ਮੋਦੀ ਸੀ ਉਹਨਾਂ ਦਾ ਨਾਮ। ਹਾਂਜੀ ਹਾਂਜੀ, ਬਹੁਤ ਅੱਛੀ ਬਾਤ ਹੈ ਜੀ। ਤੇ ਇੱਥੋਂ ਦੀ ਜੇ ਰਾਜਨੀਤੀ ਦੀ ਗੱਲ ਕਰ ਲਈਏ, ਕਿਵੇਂ ਚੱਲ ਰਹੀ ਹੈ? ਨੰਗਲ ਦੀ ਰਾਜਨੀਤੀ ਕਿਵੇਂ ਚੱਲ ਰਹੀ ਹੈ? ਨੰਗਲ ਦੀ ਰਾਜਨੀਤੀ ਅਜਾ ਕੁਝ ਨਹੀਂ ਪਤਾ ਲੱਗ ਰਿਹਾ ਜੀ। ਕਿਉਂ? ਹੁਣ ਤਾਂ ਇੱਥੇ ਰਾਣਾ ਜੀ ਹੈ ਫਿਲਹਾਲ ਤਾਂ। ਫਿਲਹਾਲ ਰਾਣਾ ਜੀ ਹੈ। 22 ਦੇ ਇਲੈਕਸ਼ਨ ਆਉਣ ਵਾਲੇ ਨੇ, ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ, ਤਾਂ ਕੀ ਲੱਗ ਰਿਹਾ ਹੈਗਾ ਕੌਣ ਜਿੱਤ ਸਕਦਾ ਅੱਗੇ? ਇਸ ਵੇਲੇ ਤਾਂ ਰੌਲਾ ਹੀ ਹੈ ਜੀ, ਹੁਣ ਅੱਗੇ ਪਤਾ ਲੱਗੇਗਾ ਕੀ ਬਣੇਗਾ। ਅੱਗੇ ਪਤਾ ਲੱਗਾ। ਕਹਿੰਦੇ ਚਾਹ ਵਾਲੀ ਦੁਕਾਨ ਤੇ ਚਰਚਾ ਬਹੁਤ ਹੁੰਦੀ ਹੈਗੀ। ਚਾਹ ਵਾਲੀ ਦੁਕਾਨਾਂ ਤੇ ਲੋਕ ਅਕਸਰ ਬਹਿ ਕੇ ਰਾਜਨੀਤੀ ਦੀ ਗੱਲ ਕਰਦੇ। ਤੁਹਾਡੀ ਦੁਕਾਨ ਤੇ ਕਰਦੇ ਆ? ਹਾਂਜੀ, ਕਰਦੇ ਤਾਂ ਰਹਿੰਦੇ। ਕੋਈ ਕਹਿ ਰਿਹਾ ਕਿਹੜਾ ਆਣਾ, ਕੋਈ ਕਹਿੰਦੇ ਲੋਕ ਕਿਹੜੇ ਕਹਿੰਦੇ ਵੀ ਆ ਸਕਦਾ। ਸਾਰੇ ਕਹਿੰਦੇ ਸਾਰੀਆਂ ਪਾਰਟੀਆਂ ਦਮ ਭਰ ਰਹੀਆਂ ਇਸ ਟਾਈਮ ਤਾਂ। ਕਾਂਗਰਸ ਜ਼ਿਆਦਾ ਕਿਹੜੀ ਭਰ ਰਹੀ ਹੈ? ਕਾਂਗਰਸ ਵੀ ਭਰ ਰਹੀ, ਬੀਜੇਪੀ ਵੀ ਭਰ ਰਹੀ, ਜੋ ਆਪਣੇ ਅਕਾਲੀ ਵੀ ਕਹਿ ਰਹੇ, ਤਾਂ ਬਸ ਸਾਰੇ ਆਪਣਾ ਸਾਰਾ ਕਿੱਦਾਂ ਦਾ ਆਨੰਦਪੁਰ ਦਾ ਅਸੀਂ ਹਲਕੇ ਦੀ ਗੱਲ ਕਰ ਲਈਏ ਤਾਂ ਕਿਵੇਂ ਚੱਲ ਰਿਹਾ ਹਲਕੇ ਦਾ ਹਾਲ? ਇਸ ਵੇਲੇ ਦਾ ਝਾੜੂ ਵਾਲਿਆਂ ਦਾ ਜ਼ੋਰ ਚੱਲ ਰਿਹਾ ਜੀ। ਝਾੜੂ ਵਾਲਿਆਂ ਦੇ ਕਿਉਂ ਜ਼ਿਆਦਾ? ਝਾੜੂ ਵਾਲਿਆਂ ਦੀ ਹਾਲੇ ਤੱਕ ਕੋਈ ਐਮਐਲਏ ਉਹਨਾਂ ਦਾ ਮਤਲਬ ਸਰਕਾਰ ਤਾਂ ਬਣੀ ਨਹੀਂ ਪੰਜਾਬ 'ਚ। ਲੱਗਦਾ ਕਿ ਇਸ ਵਾਰ ਸਰਕਾਰ ਬਣਾਉਣਗੇ? ਬਣਾਊਗਾ ਜੀ ਪੂਰੀ। ਕਿਉਂ? ਇਹਨੀ ਕੰਮ ਹੀ ਨਹੀਂ ਕੀਤੇ ਜੀ, ਨਾ ਕਾਂਗਰਸ ਨੇ ਕੀਤੇ, ਨਾ ਅਕਾਲੀਆਂ ਨੇ ਕੀਤੇ ਜੀ। ਤੁਹਾਨੂੰ ਕੀ ਲੱਗਦਾ ਬਾਈ? ਤੁਸੀਂ ਕਿਉਂਕਿ ਗੱਡੀਆਂ ਚਲਾਉਂਦੇ ਹੋ, ਡੇਲੀ ਨਵੇਂ ਬੰਦਿਆਂ ਨੂੰ ਮਿਲਦੇ ਹੋਵੋਗੇ ਨਾ, ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹੋਣਗੀਆਂ। ਸਰ ਦੇਖੋ, ਇੱਕ ਮੌਕਾ ਤਾਂ ਦੇਣਾ ਚਾਹੀਦਾ ਨਵੀਂ ਪਾਰਟੀ ਨੂੰ। ਇੱਕ ਮੌਕਾ ਦੇਣਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਕਿਉਂ? ਇਹ ਕਿਉਂ ਲੱਗਿਆ? ਪੁਰਾਣੀਆਂ ਪਾਰਟੀਆਂ ਤੇ ਆਪਾਂ ਕਿਉਂ ਨਹੀਂ ਯਕੀਨ ਕਰ ਰਹੇ? ਪੁਰਾਣੀਆਂ ਪਾਰਟੀਆਂ ਦਾ ਯਕੀਨ ਅਸੀਂ ਅੱਜ ਤੱਕ ਕਰਦੇ ਰਹੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਨਵੀਂ ਪਾਰਟੀ, ਨਵੇਂ ਬੰਦੇ ਨੂੰ, ਨਵੇਂ ਚਿਹਰੇ ਨੂੰ ਮੌਕਾ ਮਿਲਣਾ ਚਾਹੀਦਾ। ਕੋਈ ਨਾ ਕੋਈ ਦਿੱਕਤ ਨਹੀਂ। ਚਿਹਰਾ ਕੋਈ ਵੀ ਹੋਵੇ ਜਾਂ ਆਪ 'ਚੋਂ ਕੋਈ ਖਾਸ ਚਿਹਰਾ ਲੱਗ ਰਿਹਾ ਕਿ ਫਲਾਨਾ ਬੰਦਾ ਹੋਵੇ? ਕੋਈ ਵਧੀਆ ਬੰਦਾ ਹੋਣਾ ਚਾਹੀਦਾ। ਕੋਈ ਵੀ ਚਿਹਰਾ ਹੋਵੇ, ਦਿੱਕਤ ਕੋਈ ਨਹੀਂ ਹੈ ਜੀ। ਸੋ ਹੋਰ ਬਾਈ ਵੀ ਬੈਠੇ, ਉਹਨਾਂ ਨਾਲ ਗੱਲਬਾਤ ਕਰ ਲੈਣਾ। ਨਾਲ ਚਾਹ ਤੇ ਚਰਚਾ ਨਹੀਂ ਅਸੀਂ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਤੁਹਾਡਾ ਨਾਮ ਦੱਸੋ ਪਹਿਲਾਂ। ਸੁਨੇਕ ਚੰਦ ਜੀ। ਸੁਨੇਕ ਚੰਦ ਜੀ, ਕੀ ਲੱਗ ਰਿਹਾ ਆਨੰਦਪੁਰ ਦੇ ਹਾਲ ਕੀ ਨੇ? ਸਮੱਸਿਆਵਾਂ ਕੀ ਹੈ? ਕੀ ਹੱਲ ਨਜ਼ਰ ਆਉਂਦਾ? ਸਮੱਸਿਆ ਬਹੁਤ ਭਾਰੀ ਹੈ। ਸਾਡਾ ਦੇਖ ਲਓ, ਪੁਲ ਨਹੀਂ ਹਾਲੇ ਤੱਕ ਤਿਆਰ ਹੋਇਆ। ਕਿੰਨੇ ਸਾਲ ਹੋ ਗਏ ਆ? ਇਹ 30 ਸਾਲ ਚੱਲ ਪਏ, ਚੌਥਾ ਸਾਲ। ਸੋ ਨੰਗਲ ਦੇ ਸਿੰਧਵਾਨੀ ਸਵੀਟਸ ਪਹੁੰਚੇ ਹੋਏ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੁਛ ਉਹਨਾਂ ਕੋਲੇ ਖਾਸ ਹੈ ਔਰ ਚੁਣਾਵੀ ਸਵਾਦ ਕੀ ਕਹਿੰਦਾ ਹੈਗਾ। ਖਾਸ ਆਈਟਮਾਂ ਕੀ ਰੱਖੀਆਂ ਜੀ ਦੁਕਾਨ ਦੇ ਉੱਤੇ ਖਾਸ ਤੌਰ ਤੇ ਖਾਣ ਲਈ? ਖਾਣ ਲਈ ਨਮਕੀਨ ਦੇ ਵਿੱਚ ਤਾਂ ਪੂੜੀ ਛੋਲੇ ਹੈ, ਨਾਸ਼ਤੇ 'ਚ ਪਰੌਂਠਾ ਹੈ ਆਲੂ ਦਾ, ਔਰ ਸਵੀਟਸ ਦੇ ਵਿੱਚ ਮਿਲਕ ਕੇਕ, ਕਲਾਕੰਦ, ਬਰਫੀ, ਰਸਗੁੱਲਾ, ਗੁਲਾਬ ਜਾਮੁਨ, ਇਹ ਆਈਟਮਾਂ ਹੈਗੀਆਂ ਨੇ। ਵੈਰਾਈਟੀਆਂ ਕਾਫੀ ਰੱਖੀਆਂ ਹੋਈਆਂ ਇਸ ਵਾਰ ਇਲੈਕਸ਼ਨ ਦੇ ਵਿੱਚ ਵੀ ਕਾਫੀ ਵੈਰਾਈਟੀਆਂ ਆ ਰਹੀਆਂ ਹੈ, ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਨਵੀਂ ਆਈ, ਫਿਰ ਅਕਾਲੀ ਦਲ ਤੇ ਬੀਜੇਪੀ ਇਕੱਠੇ ਲੜਦੇ ਸੀ, ਉਹ ਅਲੱਗ ਹੋ ਗਏ, ਬੀਐਸਪੀ ਨਾਲ ਗੱਠਜੋੜ ਹੋ ਗਿਆ। ਆਨੰਦਪੁਰ ਦੇ ਕੀ ਹਾਲਾਤ ਲੱਗਦੇ ਆ, ਕਿਉਂਕਿ ਨੰਗਲ ਵੀ ਉਹਦੇ ਅੰਡਰ ਹੀ ਆਉਂਦਾ? ਹਾਂ, ਨੰਗਲ ਵੀ ਉਹਦੇ ਅੰਡਰ ਆਉਂਦਾ। ਦੇਖੋ ਜੀ, ਹਜੇ ਕੁਝ ਨਹੀਂ ਕਿਹਾ ਜਾ ਸਕਦਾ, ਹਜੇ ਸਭ ਦੀ ਦੌੜ ਲੱਗੀ ਹੋਈ ਹੈ। ਇਹਦੇ ਬਾਰੇ ਅਸੀਂ ਕੋਈ ਕਮੈਂਟਸ ਨਹੀਂ ਦੇ ਵੀ ਕਿਹੜੀ ਪਾਰਟੀ ਆਊਗੀ, ਕਿਹੜੀ ਨਹੀਂ ਆਊਗੀ। ਸੋ ਆਨੰਦਪੁਰ ਸਾਹਿਬ ਦੀ ਜੇਕਰ ਗੱਲ ਕਰ ਲਈਏ, ਕਿੰਨੇ ਕੁ ਕੰਮ ਆਨੰਦਪੁਰ 'ਚ ਹੋਏ ਹੋਏ ਨੇ ਨਾਲ? ਲਗਭਗ ਹੋ ਚੁੱਕਿਆ, ਥੋੜੇ ਬਹੁਤੇ। ਕਿਹੜੀ ਪਾਰਟੀ ਲੱਗ ਰਿਹਾ ਕਿ ਅੱਗੇ ਚੱਲ ਰਹੀ ਹੈ ਆਨੰਦਪੁਰ ਤੋਂ? ਆਮ ਆਦਮੀ ਪਾਰਟੀ ਆਉਂਦੀ ਲੱਗਦੀ। ਆਮ ਆਦਮੀ ਪਾਰਟੀ ਕਿਉਂ? ਜੇ ਕੰਮ ਸਾਰੇ ਚੱਲ ਰਹੇ ਆ ਤਾਂ ਫਿਰ ਤਾਂ ਕਾਂਗਰਸ ਨੂੰ ਅੱਗੇ ਚੱਲਣਾ ਚਾਹੀਦਾ। ਨਾ ਕਾਂਗਰਸ ਬਹੁਤ ਧੋਖੇਬਾਜ਼ ਪਾਰਟੀ ਹੈ। ਕੀ ਕਾਂਗਰਸ ਦਾ ਕੀ ਚੱਕਰ ਹੈ? ਕਾਂਗਰਸ ਨੂੰ ਵੋਟ ਕਿਉਂ ਨਹੀਂ? ਨਹੀਂ, ਇਹਦੇ ਕਰਕੇ ਹੀ ਉਹ ਸਭ ਕੁਝ ਹੋਇਆ। ਕਿਆ ਕਹਿੰਦੇ, ਕਿਸਾਨ ਉੱਥੇ ਬੈਠੇ ਵੇ, ਇਹ ਕੁਛ ਕਰ ਨਹੀਂ ਰਹੇ। ਨਾਲੇ ਕਹਿੰਦੇ ਕੰਮ ਸਾਰੇ ਹੋ ਰਹੇ ਆ, ਨਾਲੇ ਕਹਿੰਦੇ ਕੁਝ ਕਰ ਨਹੀਂ ਰਹੇ। ਦੋ ਗੱਲਾਂ ਹੋ ਗਈਆਂ। ਨਹੀਂ, ਆਮ ਆਦਮੀ ਪਾਰਟੀ ਆਣੀ ਚਾਹੀਦੀ ਹੈ। ਆਮ ਆਦਮੀ ਪਾਰਟੀ। मेरी सब तो रिक्वेस्ट, कोई भी पार्टी, वैसे मेरी किसी ਨਾਲ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਹੈ,
ਮੈਂ ਇੱਕ ਚੀਜ਼ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਨੋਟਿਸ ਕੀਤਾ ਕਿ ਅਗਰ ਕੋਈ ਬੀਜੇਪੀ ਦਾ ਹੈ ਜਾਂ ਕਾਂਗਰਸ ਦਾ ਜਾਂ ਆਪ ਦਾ ਵੀ ਹੈਗਾ, ਸਾਡੇ ਪਿੰਡ ਦੇ ਵਿੱਚ ਧੜੇਬਾਜ਼ੀ ਹੈ। ਕੋਈ ਵੀ ਲੀਡਰ ਹੈ, ਮੈਂ ਉਹਨਾਂ ਨੂੰ ਇਹੀ ਕੁਐਸਚਨ ਪੁੱਛਣਾ ਚਾਹਾਂਗੀ ਕਿ ਧੜੇਬਾਜ਼ੀ ਕਿਉਂ ਹੈ? ਅਸੀਂ ਵੋਟਾਂ ਸਾਰਿਆਂ ਨੇ ਰਲ ਕੇ ਪਾਈਆਂ, ਇੱਕ ਕਾਂਗਰਸ ਦਾ ਉੱਠਦਾ, ਇੱਕ ਬੀਜੇਪੀ ਦਾ ਉੱਠਦਾ, ਜੀ ਅਸੀਂ ਫਲਾਣੇ ਦਾ ਬੰਦਾ ਹੈ ਜੀ, ਕਰਕੇ ਦੱਸ ਦਿਓ ਕੰਮ। ਪ੍ਰੋਬਲਮਾਂ ਦੀ ਗੱਲ ਕਰ ਲਈਏ, ਏਰੀਏ ਦੀਆਂ ਪ੍ਰੋਬਲਮਾਂ ਕਿਹੜੀਆਂ ਲੱਗਦੀਆਂ ਔਰ ਮਹਿਲਾਵਾਂ ਨੂੰ ਖਾਸ ਕਰਕੇ ਕਿਹੜੀਆਂ ਪ੍ਰੋਬਲਮਾਂ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ? ਪਹਿਲੀ ਗੱਲ ਤਾਂ ਜੀ ਫੇਸ ਕਰਨਾ ਸਾਨੂੰ ਬੱਸਾਂ ਦੀ ਦਿੱਕਤ ਹੈ। ਪ੍ਰਾਈਵੇਟ ਬੱਸਾਂ ਦੇ ਕਿਰਾਇਆ ਬਹੁਤ ਜ਼ਿਆਦਾ ਹੈ, ਸਰਕਾਰੀ ਬੱਸੇ ਸਾਡੇ ਵਾਸਤੇ ਕੋਈ ਨਹੀਂ ਹੈਗੀ, ਜੇ ਹੈਗੀ ਤਾਂ ਉਹਦਾ ਟਾਈਮ ਹੈ ਨਹੀਂ। ITI ਵਾਸਤੇ ਸਿਰਫ ਇੱਕ ਬੱਸ ਲੱਗੀ, ਉਹ ਬੰਦ ਹੈ। ਅਸੀਂ ਲੇਡੀਜ਼ ਚਲੋ ਕੈਪਟਨ ਜੀ ਨੇ ਬਹੁਤ ਵਧੀਆ ਕੀਤਾ, ਮੈਂ ਖੁਸ਼ ਹਾਂ ਉਹਦੇ ਫੈਸਲੇ ਤੋਂ। ਅਸੀਂ ਨਾ ਅਸੀਂ ਕੋਈ ਹੋਰ ਲੇਡੀਜ਼ ਸਫਰ ਕਰ ਰਹੀ ਜਿਨ੍ਹਾਂ ਕੋਲ ਕਿਰਾਇਆ ਨਹੀਂ ਹੁੰਦਾ। ਉਹ ਲੱਗਦਾ ਕਿ ਫ੍ਰੀ ਬੱਸ ਜਿਹੜੀ ਕੀਤੀ ਗਈ ਉਹਦਾ ਫਾਇਦਾ ਫੇਰ ਹੀ ਮਿਲ ਸਕਦਾ ਜੇਕਰ ਬੱਸਾਂ ਦੀ ਗਿਣਤੀ ਜ਼ਿਆਦਾ ਹੋਵੇ। ਹਾਂਜੀ, ਬੱਸਾਂ ਦੀ ਬਹੁਤੀਆਂ ਨਹੀਂ ਤਾਂ ਘੱਟ ਤੋਂ ਘੱਟ 4-5 ਬੱਸਾਂ ਤਾਂ ਚਾਹੀਦੀਆਂ। ਇਲਾਕੇ ਦੀ ਗੱਲ ਕਰ ਲਈਏ, ਇਲਾਕੇ ਤੋਂ ਮੰਤਰੀ ਰਹਿ ਚੁੱਕੇ ਨੇ ਮਦਨ ਮੋਹਨ ਮਿੱਤਲ, ਲੱਗਦਾ ਕੋਈ ਫਰਕ ਉਹਨਾਂ ਨੇ ਇਲਾਕੇ ਨੂੰ ਪਾਇਆਗਾ? ਦੇਖੋ ਜੀ, ਮੇਰੀ ਮੈਰਿਜ ਨੂੰ ਤਾਂ ਵੈਸੇ ਥੋੜਾ ਹੀ ਟਾਈਮ ਹੋਇਆ, ਪਰ ਮੈਨੂੰ ਨਹੀਂ ਲੱਗਦਾ। ਪਰ ਹਾਂ, ਕਾਂਗਰਸ ਆਉਣ ਨਾਲ ਮੈਨੂੰ ਬਹੁਤ ਵਧੀਆ ਰਿਜ਼ਲਟ ਲੱਗਿਆ। ਮੇਰੇ ਪਿੰਡ 'ਚ ਤਾਂ ਮੈਂ ਧੜੇਬਾਜ਼ੀ ਕਰਕੇ ਨਾਰਾਜ਼ ਹੈ, ਲੇਕਿਨ ਨੰਗਲ ਦੇ ਵਿੱਚ ਦੇਖਿਆ ਬਹੁਤ ਅੱਛਾ। KP ਰਾਣਾ ਜੀ ਨੂੰ ਮੈਂ ਸਲੂਟ ਕਰਦੀ, ਕਿਉਂਕਿ ਜਿੱਦਾਂ ਉਹ ਜਾ ਕੇ ਜਾਂ ਉਹਨਾਂ ਦੀ ਪਾਰਟੀ ਦੇ ਇੱਥੋਂ ਨੰਗਲ ਤੋਂ ਬੰਦੇ ਸੁਣਦੇ ਆ ਲੋਕਾਂ ਦੀ। ਬਾਕੀ ਆਪ ਦਾ ਹਲਾ ਆ ਰਹੀ ਜੀ, ਉਹਦਾ ਕੁਝ ਨਹੀਂ ਆਪਾਂ ਕਹਿ ਸਕਦੇ, ਲੇਕਿਨ ਰਾਣਾ ਜੀ ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਹੈ। ਕਿਹੜੀ ਪਾਰਟੀ ਲੱਗਦਾ ਕਿ ਨੰਗਲ ਦੀ ਸੀਟ ਤੋਂ ਜਿੱਤ ਸਕਦੀ ਹੈ, ਆਨੰਦਪੁਰ ਦੀ ਸੀਟ ਤੋਂ ਜਿੱਤ ਸਕਦੀ ਹੈ? ਦੇਖੋ ਜੀ, ਫਿਲਹਾਲ ਤਾਂ ਕਾਂਗਰਸ ਅੱਗੇ ਚੱਲ ਰਹੀ ਹੈ। ਬਾਕੀ ਆਪ ਦਾ ਇਸ ਕਰਕੇ ਕਿ ਥੋੜਾ BJP ਕਰਕੇ ਕਿਸਾਨ ਨਾਰਾਜ਼ ਹੋ ਚੁੱਕੇ ਵੇ। ਆਪ BJP ਤਾਂ ਖਤਮ ਹੈ ਜੀ। ਨਾਲ ਕੰਮ ਵੀ ਕਰ ਰਹੇ ਸੀ, ਨਾਲ ਗੱਲਾਂ ਬਾਤਾਂ ਕਰ ਰਹੇ ਸੀ। ਤੁਹਾਨੂੰ ਕੁਝ ਹੋਰ ਅਨੰਦਪੁਰ ਸਾਹਿਬ ਦੇ, ਨੰਗਲ ਦੇ, ਕੀਰਤਪੁਰ ਸਾਹਿਬ ਦੇ ਰੰਗ ਦਿਖਾਵਾਂਗੇ। ਸੋ ਅੱਗੇ ਵਧਦੇ ਹਾਂ ਔਰ ਅੱਗੇ ਮਿਲਦੇ ਹਾਂ ਕਿਸੇ ਹੋਰ ਪਲੇਟਫਾਰਮ ਤੇ। ਰੱਖੜੀ ਦਾ ਤਿਉਹਾਰ ਹੈ ਤੇ ਬਾਜ਼ਾਰਾਂ 'ਚ ਰੌਣਕਾਂ ਵੀ ਨਾਲ ਚੱਲ ਰਹੀਆਂ, ਪਰ ਅਨੰਦਪੁਰ ਦੇ ਗਲੀਆਂ ਦੀ ਗੱਲ ਕਰ ਲਾਂਗੇ, ਸ਼ਹਿਰਾਂ ਦੀ ਗੱਲ ਕਰ ਲਾਂਗੇ ਕਿ ਕੀ ਚੱਲ ਰਿਹਾ ਹੈਗਾ। ਬਾਈ ਜੀ ਬੈਠੇ ਹੋਏ ਆ। ਬਾਈ ਜੀ, ਕੰਮ ਧੰਦਾ ਪਹਿਲਾਂ ਤਾਂ ਕਿਵੇਂ ਚੱਲ ਰਿਹਾ ਰੱਖੜੀ ਦਾ? ਠੀਕ ਹੈ ਜੀ। ਠੀਕ ਹੈ, ਕੀ ਕਾਰਨ ਲੱਗ ਰਿਹਾ ਕਿ ਠੀਕ ਨਜ਼ਰ ਆ ਰਿਹਾ? ਠੀਕ ਹੈ, ਲੋਕਡਾਊਨ ਦੇ ਕਾਰਨ ਘੱਟ ਹੀ ਕੰਮ ਕਰਤਾ ਜੀ। ਤੋ ਲੋਕਡਾਊਨ ਦੇ ਕਾਰਨ ਕੰਮ ਘੱਟ ਹੈ। ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖ ਰਹੇ ਹੋ ਜਿਹੜੇ ਸਰਕਾਰ ਨੇ ਫੈਸਲੇ ਕੀਤੇ, ਔਰ ਬਾਈ ਦੇ ਇਲੈਕਸ਼ਨ 'ਚ ਕੀ ਲੱਗ ਰਿਹਾ? ਪਤਾ ਨਹੀਂ, ਕੁਛ ਹਾਲੇ ਤਾਂ ਕੋਈ ਕਨਫਰਮ ਨਹੀਂ ਕੀ ਬਣੇਗਾ। ਸਤਿ ਸ੍ਰੀ ਅਕਾਲ ਜੀ, ਰੱਖੜੀ ਲੈਣ ਆਏ ਹੋ ਜੀ? ਹਾਂਜੀ ਵੀਰ ਜੀ, ਹਾਂਜੀ। ਕਿਵੇਂ ਲੱਗ ਰਿਹਾ? ਕਹਿੰਦੇ ਇਸ ਵਾਰ ਮੰਦਾ ਲੱਗ ਰਿਹਾ ਥੋੜਾ ਜਿਹਾ। ਨਹੀਂ ਜੀ, ਵਧੀਆ ਲੱਗ ਰਿਹਾ ਮੰਦਾ ਦੀ ਗੱਲ। ਕੀ ਇਲੈਕਸ਼ਨ ਦੀ ਗੱਲ ਕਰ ਲਈਏ, ਬਾਈ ਦੇ ਇਲੈਕਸ਼ਨ ਦਾ ਕੀ ਲੱਗ ਰਿਹਾ? ਚੰਗਾ ਲੱਗ ਰਿਹਾ ਕਿ ਮੰਦਾ ਲੱਗ ਰਿਹਾ? ਕੁਝ ਚੰਗਾ ਜੀ, ਚੰਗਾ। ਕੀ ਚੰਗਾ ਲੱਗ ਰਿਹਾ? ਸਭ ਕੁਝ ਚੰਗਾ ਲੱਗ ਰਿਹਾ ਜੀ। ਕਿਹੜੀ ਪਾਰਟੀ ਲੱਗ ਰਿਹਾ ਕਿ ਅੱਗੇ ਵਧ ਸਕਦੀ ਹੈ? ਆਮ ਆਦਮੀ। ਕਿਉਂ ਆਮ ਆਦਮੀ ਕਿਉਂ? ਠੀਕ ਹੈ ਜੀ, ਉਹ ਸਾਡੇ ਵਾਸਤੇ ਠੀਕ ਹੈ। ਠੀਕ ਕੰਮ ਕਰ ਰਹੀ ਹੈ? ਹਾਂਜੀ ਹਾਂਜੀ। ਕਿੱਥੇ ਠੀਕ ਕੰਮ ਕਰ ਰਹੀ ਹੈਗੀ? ਠੀਕ ਕਰ ਰਹੀ, ਸਾਡੇ ਬਿੱਲ ਮਾਫ ਕਰ ਰਹੀ ਬਿਜਲੀ ਦੇ। ਜਿਹੜੇ 300 ਯੂਨਿਟ ਬਿਜਲੀ ਦੀ ਗੱਲ ਕੀਤੀ ਹੈ। ਹਾਂਜੀ। ਪਰ ਕੈਪਟਨ ਸਰਕਾਰ ਕਹਿੰਦੀ ਜੀ ਅਸੀਂ ਵੀ ਤੁਹਾਡੇ ਕਹਿੰਦੇ ਵੀ ਕਿਰਾਏ ਮਾਫ ਕਰਤੇ ਬੱਸਾਂ ਦੇ। ਹਾਂਜੀ, ਉਹਨਾਂ ਨੇ ਵੀ ਕਰਤੇ, ਉਹਨਾਂ ਦਾ ਵੀ ਧੰਨਵਾਦ ਹੈ ਜੀ। ਬਾਜ਼ਾਰ ਦੀਆਂ ਰੌਣਕਾਂ ਵੀ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੀ ਬਾਜ਼ਾਰ ਦੇ ਵਿੱਚ ਰੱਖੜੀ ਦੇ ਤਿਉਹਾਰ ਕਰਕੇ ਵੀ ਰੌਣਕਾਂ ਨੇ ਜਿਹੜੀਆਂ ਉਹ ਲਗਾਤਾਰ ਲੱਗੀਆਂ ਹੋਈਆਂ ਨੇ, ਔਰ ਜਿਹੜੀਆਂ ਮਹਿਲਾਵਾਂ ਨੇ ਉਹ ਰੱਖੜੀ ਖਰੀਦਣ ਦੇ ਲਈ ਪਹੁੰਚੀਆਂ ਹੋਈਆਂ ਨੇ। ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ, ਚੰਨ ਨਾਲੋਂ ਸੋਹਣੀ ਉੱਤੇ ਚੁੰਨੀ ਸੁੱਚੇ ਕੱਚ ਦੀ, ਪੈਰ ਉੱਤੇ ਰੂਪ ਹੈ ਸ਼ਿੰਗਾਰਨਾ, ਬਾਗਾਂ ਤੇ ਬਹਾਰਾਂ ਨਾਲ ਦੇਸ਼ ਨੂੰ ਸ਼ਿੰਗਾਰਨਾ। ਜਿਸ ਸ਼ਿੰਗਾਰ ਦਾ ਜ਼ਿਕਰ ਨੰਦ ਲਾਲ ਨੂਰਪੁਰੀ ਆਪਣੀ ਕਵਿਤਾ ਦੇ ਵਿੱਚ ਕਰਦੇ ਨੇ ਔਰ ਕਹਿੰਦੇ ਨੇ ਕਿ ਜਿਹੜੀ ਬਿਜਲੀ ਭਾਖੜਾ ਡੈਮ ਤੋਂ ਪੈਦਾ ਹੁੰਦੀ ਹੈ ਉਸ ਦੇ ਨਾਲ ਪੰਜਾਬ ਸੁਧਰੇਗਾ। ਪਰ ਦੇਖਣਾ ਬੇहद ਅਹਿਮ ਰਹਿੰਦਾ ਕਿ 2022 ਦੇ ਇਲੈਕਸ਼ਨ ਦੇ ਵਿੱਚ ਆਨੰਦਪੁਰ ਤੋਂ ਕਿਸ ਨੂੰ ਜ਼ਿੰਮੇਵਾਰੀ ਮਿਲਦੀ ਹੈ ਆਨੰਦਪੁਰ ਔਰ ਪੰਜਾਬ ਦੇ ਸੁਧਾਰ ਦੇ ਲਈ। ਫਿਲਹਾਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ। ਤੁਸੀਂ ਵੀ ਦੇਖਦੇ ਰਹੋ ਨਿਊਜ਼ 18 ਪੰਜਾਬ ਤੇ। ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮਿਲਦੇ ਹਾਂ ਕਿਸੇ ਹੋਰ ਜਗ੍ਹਾ ਤੇ ਚੁਣਾਵੀ ਸਵਾਦ ਦੇ ਨਾਲ। ਕੈਮਰਾਮੈਨ ਵਿਨੋਦ ਦੇ ਨਾਲ ਰੋਹਿਤ ਬੰਸਲ, ਪੱਕਾ ਨਿਊਜ਼ 18 ਪੰਜਾਬ, ਹਲਕਾ ਆਨੰਦਪੁਰ ਸਾਹਿਬ।